ਤੁਹਾਡਾ ਕੋਈ ਸੁਣ ਰਹੇ ਸੀ ਵਿਸਾਖੀ ਸਪੈਸ਼ਲ ਆ ਉਹ ਤੁਸੀਂ ਜਾਣਕਾਰੀ ਦਿਓ ਜੀ ਉਹ ਹੈ ਕੀ ਇਸ हाँ जी बिल्कुल जो विसाखी स्पैशल है सुपर वीज़े वास्ते इट्स अ बिग सेविंग ये भी साडे वालों थिंक इंटरनेशनल टीम वालों ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਆਪਣੇ ਮਾਪਿਆਂ ਜਾਂ ਤੁਸੀਂ ਗ੍ਰੈਂਡ ਪੇਰੈਂਟਸ ਨੂੰ ਬੁਲਾਉਣਾ ਹੈ ਇਦੋਂ ਵਧੀਆ ਸਮਾਂ ਢੁਕਵਾ ਨਹੀਂ ਹੋ ਸਕਦਾ ਕਿਉਂਕਿ ਜਿਹੜੀ ਪ੍ਰਾਈਸਿਸ ਹੈ ਬਹੁਤ ਹੀ ਸਸਤੀ ਹੈ 60 ਸਾਲ ਤੋਂ ਏਜ ਥੱਲੇ ਤਾਂ $918 ਜ਼ੀਰੋ ਡਿਡਕਟੇਬਲ ਦੇ ਨਾਲ ਇਹੋ ਜਿਹੀ ਪ੍ਰਾਈਸ ਮੈਂ ਕਦੀ ਨਾ ਹੀ ਦੇਖੀ ਸੀ ਨਾ ਹੀ ਹੋਣੀ ਹੈ ਵੀ ਇਹ ਸਿਰਫ April 30 ਤੱਕ ਹੈਗੀ ਹੈ ਇੱਕ ਪਰਿਵਾਰ ਦਾ ਮੈਂਬਰ ਆਉਂਦਾ 21% ਤੱਕ ਆਫ ਹੈਗਾ ਜੀ ਜ਼ੀਰੋ ਡਿਡਕਟੇਬਲ ਦੇ ਨਾਲ ਜੇ ਦੋ ਜਾਣੇ ਨੇ ਤਾਂ 21% ਆਲਮੋਸਟ 42% ਆਪਦੀ ਮਨੀ ਸੇਵ ਕਰ ਲਈ 1340 1387 $1600 ਤੱਕ ਵੀ ਕਵਰੇਜ ਹੈਗੀ ਹੈ ਸੇਮ 19-21 ਦਾ ਫਰਕ ਹੈ ਪਰ ਇਹ ਵੀ ਵਿਸਾਖੀ ਸਪੈਸ਼ਲ ਜਿਹੜਾ ਚੱਲ ਰਿਹਾ ਉਹ April 30 ਤੱਕ ਹੀ ਹੈਗਾ ਕੋਸਟ ਸਾਰੇ ਕੈਨੇਡਾ 'ਚੋਂ ਇਦੋਂ ਵਧੀਆ ਰੇਟ ਇਦੋਂ ਵਧੀਆ ਕਵਰੇਜ ਕਿਤੇ ਨਹੀਂ ਹੈਗੀ ਪ੍ਰਾਈਸ ਜਿਨ੍ਹਾਂ ਦੀ ਸਿਹਤ ਵਧੀਆ ਹੈਗੀ ਹੈ ਕਿਉਂਕਿ ਇਹ ਵੀ ਜਿਹਨੇ ਸਿਹਤ ਢਿੱਲ ਮੱਠ ਹੈ ਉਸ ਹਿਸਾਬ ਨਾਲ ਕਵਰੇਜ ਤੁਸੀਂ ਡਿਫਰੈਂਟ ਵੀ ਲੈ ਸਕਦੇ ਉਹਨਾਂ ਵਾਸਤੇ ਮਹਿੰਗੀ ਹੋ ਗਈ ਡਾਇਬਟੀ ਹੈ ਕਿ ਹੈਗੇ ਨੇ ਜਾਂ ਬਲੱਡ ਪ੍ਰੈਸ਼ਰ ਹੈ ਕਿਉਂਕਿ ਉਹ ਵੀ ਆਪਾਂ ਦੱਸ ਕੇ ਤੇ ਉਹਨਾਂ ਨਾਲ ਪ੍ਰਾਈਸ ਵੱਧ ਜੂਗੀ 60 ਸਾਲ ਤੋਂ ਥੱਲੇ ਨੇ ਤਾਂ $918 ਬਹੁਤੇ ਲੋਕ ਵਰਕ ਪਰਮਿਟ ਤੇ ਆਉਂਦੇ ਆ ਇੱਥੇ ਕਈ ਲੋਕ PR ਆਉਂਦੇ ਉਹਨਾਂ ਨੂੰ ਵੀ ਇੰਸ਼ੋਰੈਂਸ ਚਾਹੀਦੀ ਹੁੰਦੀ ਕਿ MSP ਕਵਰ ਕਰਦਾ ਉਹਨਾਂ ਨੂੰ ਤਾਂ ਜੇ ਕੋਈ PR ਹੈ ਆਪਣੇ ਕਈ ਵਾਰੀ ਬਹੁਤ ਭੁਲੇਖਾ ਹੁੰਦਾ ਆਪਾਂ ਨੂੰ ਕਿ ਵੀ ਅਸੀਂ PR ਜਾ ਰਹੇ ਹਾਂ ਤੇ ਸਾਡੀ ਸਾਰਾ ਕੁਝ ਜਾਂਦੇ ਸਾਡੀ ਕਵਰੇਜ ਸ਼ੁਰੂ ਹੈ ਬਿਲਕੁਲ ਨਹੀਂ 90 ਡੇਜ਼ ਤੱਕ ਸਾਡੀ MSP ਕਵਰੇਜ ਨਹੀਂ ਹੁੰਦੀ ਬਹੁਤ ਭੁਲੇਖਾ ਦਾ ਕਲੇਮ ਆਉਂਦੇ ਨੇ ਜਦੋਂ ਤੋਂ ਪਤਾ ਲੱਗਦਾ ਜਾ ਕੇ ਤੁਹਾਡੀ ਤਾਂ MSP ਕਵਰੇਜ ਨਹੀਂ ਸ਼ੁਰੂ ਹੋਈ ਜੀ ਹਾਲੇ ਕੋਈ ਪ੍ਰੋਬਲਮ ਆ ਜਾਂਦੀ ਆਮ ਤੌਰ ਤੇ ਹੁੰਦਾ ਬਜ਼ੁਰਗ ਆਏ ਇੱਥੇ ਬਿਮਾਰ ਹੋ ਗਏ ਮੰਨ ਲਓ ਦਿਲ ਦੀ ਕੋਈ ਬਿਮਾਰੀ ਹੋ ਗਈ ਹਸਪੀਟਲ ਜਾਣਾ ਪੈ ਗਿਆ ਕੁਛ ਇੰਸ਼ੋਰੈਂਸ ਕੰਪਨੀ ਨੂੰ ਉਹਨਾਂ ਨੂੰ ਮਿਲੇ ਉਹ ਕਹਿੰਦੇ ਜਦੋਂ ਤੁਸੀਂ ਇੱਕ ਵਾਰੀ ਤੁਹਾਨੂੰ ਮੰਨ ਲਓ ਹਾਰਟ ਅਟੈਕ ਹੋ ਗਿਆ ਤੁਹਾਡਾ ਇਲਾਜ ਹੋ ਗਿਆ ਤੇ ਹੁਣ ਜੇ ਦੁਬਾਰਾ ਤੁਹਾਨੂੰ ਕਦੇ ਵੀ ਦਿਲ ਦੀ ਬਿਮਾਰੀ ਹੋ ਗਈ ਤਾਂ ਇੰਸ਼ੋਰੈਂਸ ਕੰਪਨੀ ਕਹਿੰਦੀ ਅਸੀਂ ਕਵਰ ਨਹੀਂ ਕਰਨਾ ਇਦਾਂ ਹੋ ਸਕਦਾ ਫਾਈਲ ਚੱਲ ਰਹੀ ਹੈ ਉਹ ਤੁਹਾਡੀ ਕਵਰੇਜ ਹੋ ਜੂਗੀ ਹੁਣ ਜੇ ਫਾਈਲ ਬੰਦ ਹੋ ਗਈ ਇੱਕ ਵਾਰੀ ਗਏ ਤੁਸੀਂ ਆਪਾਂ ਕਲੇਮ ਕਰਤਾ ਜੀ ਅਸੀਂ ਗਏ ਸੀਗਾ ਸਾਡੀਆਂ ਦਵਾਈਆਂ ਡਾਕਟਰ ਨੇ ਕਹਿਤਾ ਕੁਝ ਨਹੀਂ ਹੈਗਾ ਸਾਨੂੰ ਪੈਸੇ ਆ ਗਏ ਕਲੇਮ ਬੰਦ ਹੋ ਗਿਆ ਹੁਣ ਦੁਬਾਰਾ ਸੇਮ ਚੀਜ਼ ਹੋ ਗਈ ਕਈ ਕੰਪਨੀਆਂ 'ਚ ਤੁਹਾਨੂੰ ਸੇਮ ਇਵੈਂਟ ਜਿਹੜਾ ਦੁਬਾਰਾ ਹੋਇਆ ਕਵਰ ਨਹੀਂ ਕਰਦੇ ਹੁਣ ਕਈ ਕੰਪਨੀਆਂ ਦੇ ਵਿੱਚ ਫਾਲੋਅਪ ਵਿਜ਼ਿਟ ਹੈਗੀ ਹੈ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਫਾਲੋਅਪ ਵਿਜ਼ਿਟ ਤੇ ਵੀ ਕੈਪ ਲਾਇਆ ਹੋਇਆ ਕਈ ਵਾਰੀ ਕੰਪਨੀਆਂ ਕਹਿੰਦੀਆਂ ਅਸੀਂ 3000 ਤੱਕ ਕਵਰ ਕਰਾਂਗੇ ਕਈ ਵਾਰੀ ਕਹਿੰਦੇ 2 ਵਿਜ਼ਿਟ ਹੀ ਕਵਰ ਕਰਾਂਗੇ ਐਗਜ਼ਾਮਪਲ ਜੇ ਕਿਸੇ ਦੀ ਹੁਣ ਹਾਰਟ ਹੋ ਗਿਆ ਜੇ ਉਦੋਂ ਬਾਅਦ ਉੱਦਾਂ ਪੇਨ ਹੀ ਹੋਈ ਉਹ ਕਹਿੰਦੇ ਸਪੈਸ਼ਲਿਸਟ ਨੂੰ ਵਿਜ਼ਿਟ ਕਰ ਲਓ ਇੱਕ ਕਲੇਮ ਹੋ ਗਿਆ ਓਪਨ ਹੋ ਗਿਆ ਉਦੋਂ ਬਾਅਦ ਫਾਲੋਅਪ ਵਿਜ਼ਿਟ ਹੈ ਸਪੈਸ਼ਲਿਸਟ ਤੇ ਹੁਣ ਕਈ ਕੰਪਨੀਆਂ ਨੇ ਫਾਲੋਅਪ ਵਿਜ਼ਿਟ ਨਹੀਂ ਕਵਰ ਕਰਦੀਆਂ ਦੁਬਾਰਾ ਬੰਦੇ ਨੇ ਇੰਸ਼ੋਰੈਂਸ ਲੈਣਾ ਹੁਣ ਕੀ ਉਹ ਨਵੀਂ ਕੰਪਨੀ ਤੋਂ ਦੁਬਾਰਾ ਲੈ ਕੇ ਫੇਰ ਕਰ ਸਕਦਾ ਕਿ ਮੈਂ ਦੁਬਾਰਾ ਫੇਰ ਇੰਸ਼ੋਰੈਂਸ ਲੈ ਲਾਂ ਜਾਂ ਉਹ ਬੰਦੇ ਦਾ ਫਿਰ ਇੱਥੋਂ ਮੁੱਕ ਹੀ ਗਿਆ ਸਾਰਾ ਕੁਝ ਵੀ ਇੱਕ ਵਾਰੀ ਤੁਹਾਨੂੰ ਹੋ ਗਿਆ ਹੁਣ ਤੁਸੀਂ ਜਾਂ ਤਾਂ ਇੰਡੀਆ ਚਲੇ ਜਾਓ ਨਹੀਂ ਤਾਂ ਇੱਥੇ ਕੋਲੋਂ ਦਿਓ ਇੰਸ਼ੋਰੈਂਸ ਨੇ ਤੁਹਾਨੂੰ ਕਵਰ ਨਹੀਂ ਕਰਨਾ ਜਦੋਂ ਆਪਣੀ ਐਗਜ਼ਾਮਪਲ ਪਾਲਿਸੀ ਲਈ ਹੋਈ ਸੀ ਇੱਕ ਇਵੈਂਟ ਹੋ ਗਿਆ ਉਦੋਂ ਬਾਅਦ ਸਾਡੀ ਪਾਲਿਸੀ ਮੁੱਕ ਗਈ ਹੁਣ ਸਾਡੇ ਕੋਲ 2 ਆਪਸ਼ਨਸ ਨੇ ਜਦੋਂ ਕਲੇਮ ਵੱਡਾ ਆ ਜਦੋਂ ਤੱਕ ਸਟੇਬਲ ਨਹੀਂ ਹੈਗੇ ਅਸੀਂ ਐਗਜ਼ਾਮਪਲ ਜੇ ਕਿਸੇ ਨੇ ਹੁਣ ਹਾਰਟ ਅਟੈਕ ਹੋਇਆ ਸੀਗਾ ਇਲਾਜ ਹੋ ਗਿਆ ਹੁਣ ਅਸੀਂ ਹੁਣ ਸਾਡੀ ਪਾਲਿਸੀ ਖਤਮ ਹੋ ਗਈ ਕੰਪਨੀਜ਼ ਕਹਿ ਸਕਦੀਆਂ ਅਸੀਂ ਰੀਨਿਊ ਨਹੀਂ ਕਰਾਂਗੇ ਬਿਕੋਜ਼ ਤੁਹਾਡੇ ਜਿਹੜੀ ਪਹਿਲਾ ਹੈਲਥ ਇਸ਼ੂ ਹੈਗੀ ਉਹਨੂੰ ਅਸੀਂ ਐਕਸਕਲੂਡ ਕਰ ਦਿਆਂਗੇ ਬਿਕੋਜ਼ ਉਹ ਸਟੇਬਲ ਨਹੀਂ ਹੈਗੀ 90 ਦਿਨਾਂ 120 ਦਿਨਾਂ ਤੋਂ ਹੁਣ ਜੇ 120 ਦਿਨਾਂ ਤੋਂ ਸਟੇਬਲ ਹੋ ਜਾਂਦੀ ਉਹ ਇਸ਼ੂ ਫਿਰ ਉਹ ਕਵਰੇਜ ਹੋ ਜੂਗੀ ਦੋਸਤੋ ਅਸੀਂ ਪਹੁੰਚੇ ਹਾਂ ਥਿੰਕ ਇੰਸ਼ੋਰੈਂਸ ਦੇ ਉੱਤੇ ਸਰੀ ਦੇ ਵਿੱਚ ਪਰਮਿੰਦਰ ਸਿੰਘ ਥਿੰਦ ਹੋਣਾ ਦੇ ਕੋਲ ਗੱਲਬਾਤ ਕਰਨੀ ਹੈ ਕੁਝ ਇੰਸ਼ੋਰੈਂਸ ਸੰਬੰਧੀ ਖਾਸ ਤੌਰ ਦੇ ਉੱਤੇ ਸੁਪਰ ਵੀਜ਼ਾ ਇੰਸ਼ੋਰੈਂਸ ਸੰਬੰਧੀ ਥਿੰਦ ਸਾਹਿਬ ਬਹੁਤ ਸਵਾਗਤ ਹੈ ਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੋਤਾ ਸਾਹਿਬ ਤੁਹਾਨੂੰ ਤੇ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਾਨੂੰ ਦੱਸਿਓ ਕਿ ਜਿਹੜਾ ਸੁਪਰ ਵੀਜ਼ਾ ਇੰਸ਼ੋਰੈਂਸ ਆ ਇਹਦੇ ਵਿੱਚ ਤੁਹਾਡਾ ਕੋਈ ਸੁਣ ਰਿਹਾ ਸੀ ਵਿਸਾਖੀ ਸਪੈਸ਼ਲ ਆ ਉਹ ਤੁਸੀਂ ਜਾਣਕਾਰੀ ਦਿਓ ਜੀ ਉਹ ਹੈ ਕੀ ਅਸਲ 'ਚ ਹਾਂਜੀ ਪਹਿਲੀ ਗੱਲ ਤਾਂ ਇਹ ਵੀ ਜੋ ਹੁਣ ਵਿਸਾਖੀ ਹੈ ਇੰਸ਼ੋਰੈਂਸ ਕੰਪਨੀਆਂ ਤੱਕ ਜਦੋਂ ਤੁਸੀਂ ਵੋਲੀਅਮ ਕਰਦੇ ਹੋ ਬਿਜ਼ਨਸ ਸਾਰਾ ਆਪਣੀ ਕਮਿਊਨਿਟੀ ਤੋਂ ਆਉਂਦਾ ਜੇ ਆਉਂਦਾ ਤਾਂ ਫਿਰ ਅਸੀਂ ਉਹਨਾਂ ਨੂੰ ਕਹਿੰਦੇ ਵੀ ਸਾਡੀ ਕਮਿਊਨਿਟੀ ਵਾਸਤੇ ਕੀ ਹੈਗਾ ਵਾਪਸ ਸਾਡੇ ਵਾਸਤੇ ਕੀ ਤੁਸੀਂ ਕਰੋਗੇ ਇਹ ਵੀ ਉਹਨਾਂ ਨੇ ਫਿਰ ਸਾਨੂੰ ਸਪੈਸ਼ਲ ਆਫ ਦਿੱਤਾ ਜੀ ਜੇ ਹੁਣ ਇੱਕ ਪਰਿਵਾਰ ਦਾ ਮੈਂਬਰ ਆਉਂਦਾ 21% ਤੱਕ ਆਫ ਹੈਗਾ ਜੀ ਜ਼ੀਰੋ ਡਿਡਕਟੇਬਲ ਦੇ ਨਾਲ ਜੇ ਦੋ ਜਾਣੇ ਨੇ ਤਾਂ 21% ਆਲਮੋਸਟ 42% ਆਪਦੀ ਮਨੀ ਸੇਵ ਕਰ ਲਈ ਹੁਣ ਇਹ ਵੀ ਜੇ ਕਿਸੇ ਨੇ 60 ਸਾਲ ਤੋਂ ਐਗਜ਼ਾਮਪਲ 60 ਸਾਲ ਤੋਂ ਏਜ ਥੱਲੇ ਹੈ ਸਿਹਤਮੰਦ ਨੇ ਕੋਈ ਹੈਲਥ ਇਸ਼ੂ ਨਹੀਂ ਹੈਗਾ ਆਲਮੋਸਟ $918 ਇੱਕ ਜਾਣੇ ਦੇ ਲੱਗਦੇ ਨੇ ਆਹੀ ਜੇ ਆਪਾਂ $75-76 ਮਹੀਨੇ ਦੀ ਕਿਸ਼ਤ ਬਣਦੀ ਹੈ ਜੇ ਕਿਸੇ ਨੇ ਮੰਥਲੀ ਕਰਨਾ ਉਹ ਵੀ ਆਪਸ਼ਨ ਹੈਗੀ ਹੈ ਪਰ ਇਹ ਵੀ $918 ਪੂਰੇ ਸਾਲ ਦੀ ਕਿਸ਼ਤ ਹੈ ਦੇਖੋ ਕਿੰਨਾ ਸਸਤਾ ਤੇ ਸਖਾਲਾ ਹੋ ਗਿਆ ਆਹੀ ਚੀਜ਼ਾਂ ਆਪਾਂ ਦੂਜੀ ਕੰਪਨੀਆਂ ਨਾਲ ਦੇਖਦੇ ਹਾਂ 1340 1387 $1600 ਤੱਕ ਵੀ ਕਵਰੇਜ ਹੈਗੀ ਹੈ ਸੇਮ 19-21 ਦਾ ਹੀ ਫਰਕ ਹੈ ਪਰ ਇਹ ਵੀ ਵਿਸਾਖੀ ਸਪੈਸ਼ਲ ਜਿਹੜਾ ਚੱਲ ਰਿਹਾ ਉਹ April 30 ਤੱਕ ਹੀ ਹੈਗਾ
ਜਿੰਨੇ ਵੀ ਆਪਾਂ ਨੂੰ ਦੇਖ ਰਹੇ ਨੇ ਹੁਣ ਵੀ ਅਪ੍ਰੈਲ 30 ਤੱਕ ਇਸ ਚੀਜ਼ ਦਾ ਫਾਇਦਾ ਚੱਕ ਸਕਦੇ ਨੇ। ਹੁਣ ਆਪਦੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਆਪਾਂ ਬੁਲਾਉਣਾ, ਇਹ $1,00,000 ਦੀ ਕਵਰੇਜ ਆ ਜ਼ੀਰੋ ਡਿਡਕਟੇਬਲ ਦੇ ਨਾਲ। ਇਹ ਤੋਂ ਇਲਾਵਾ ਡਿਡਕਟੇਬਲ ਹੋਰ ਐਡ ਕਰ ਸਕਦੇ ਨੇ ਤੇ ਹੋਰ ਸੇਵਿੰਗ ਹੋ ਸਕਦੀ। ਐਗਜ਼ਾਮਪਲ ਜੇ $500 ਡਿਡਕਟੇਬਲ ਕਰ ਦਈਏ, ਪਹਿਲਾਂ ਆਪਾਂ ਨੂੰ 21% ਆਫ ਮਿਲ ਰਿਹਾ, ਹੁਣ ਉਦੋਂ ਬਾਅਦ ਅਸੀਂ $500 ਡਿਡਕਟੇਬਲ ਕਰ ਦਈਏ, ਉਹ ਆਲਮੋਸਟ 20% ਹੋਰ ਆਫ ਹੋ ਜਾਊਗਾ। ਪਰ ਇਹ ਹੈ ਵੀ ਆਪਣੀ ਉਹ ਡਿਡਕਟੇਬਲ ਦੇ ਨਾਲ, ਪਰ ਜਿਹੜੀ ਆਪਾਂ ਪ੍ਰਾਈਸਿਸ ਕਰ ਰਹੇ ਹਾਂ ਜ਼ੀਰੋ ਡਿਡਕਟੇਬਲ ਦੇ ਨਾਲ, ਇੰਨੀ ਕਾਸਟ ਸਾਰੇ ਕੈਨੇਡਾ 'ਚੋਂ ਇਦੋਂ ਵਧੀਆ ਰੇਟ, ਇਦੋਂ ਵਧੀਆ ਕਵਰੇਜ ਕਿਤੇ ਨਹੀਂ ਹੈਗੀ। ਪ੍ਰਾਈਸ ਜਿਨ੍ਹਾਂ ਦੀ ਸਿਹਤ ਵਧੀਆ ਹੈਗੀ ਹੈ, ਕਿਉਂਕਿ ਇਹ ਵੀ ਜਿਹਨੇ ਸਿਹਤ ਢਿੱਲ ਮੱਠ ਹੈ ਉਸ ਹਿਸਾਬ ਨਾਲ ਕਵਰੇਜ ਦੂਜੀ ਡਿਫਰੈਂਟ ਵੀ ਲੈ ਸਕਦੇ, ਉਹਨਾਂ ਵਾਸਤੇ ਮਹਿੰਗੀ ਹੋਊਗੀ। ਡਾਇਬਟੀ ਹੈ ਕਿ ਹੈਗੇ ਨੇ ਜਾਂ ਬਲੱਡ ਪ੍ਰੈਸ਼ਰ ਹੈ, ਕਿਉਂਕਿ ਉਹ ਵੀ ਆਪਾਂ ਦੱਸ ਕੇ ਤੇ ਉਹਨਾਂ ਨਾਲ ਪ੍ਰਾਈਸ ਵੱਧ ਜੂਗੀ। 60 ਸਾਲ ਤੋਂ ਥੱਲੇ ਨੇ ਤੇ $918 ਹੈ ਜੀ। ਇਹ ਸਭ ਕਈ ਵਾਰੀ ਲੋਕਾਂ ਨੂੰ ਲੱਗਦਾ ਵੀ ਜਿਹੜੀ ਸਸਤੀ ਆ ਉਹ ਚੰਗੀ ਹੁੰਦੀ ਹੈ, ਕਈ ਵਾਰੀ ਲੱਗਦਾ ਵੀ ਨਹੀਂ ਇਹ ਮਹਿੰਗੀ ਆ, ਥੋੜੀ ਸਸਤੀ ਕਰ ਦਿਓ। ਇਹਦਾ ਕੀ ਹਿਸਾਬ ਹੁੰਦਾ ਵੀ ਸਸਤੀ ਤੇ ਮਹਿੰਗੀ ਦਾ ਜੀ? ਇਹ ਵੀ ਇੰਸ਼ੋਰੈਂਸ ਦਾ ਓਲਾ ਵੀ ਕਈ ਵਾਰੀ ਚੀਜ਼ਾਂ ਬਿਲਕੁਲ ਸਿਖਾਲੀਆਂ ਚਾਹੀਂ ਆਪਾਂ ਜਦੋਂ ਇੰਸ਼ੋਰੈਂਸ ਦਾ ਕੰਮ ਕੀਤਾ ਵੀ ਓਲਾ ਕਿੱਦਾਂ ਚੱਕਣਾ, ਕਿਉਂਕਿ ਅਸੀਂ ਇੱਦਾਂ ਦੀਆਂ ਚੀਜ਼ਾਂ ਲੈ ਕੇ ਆਉਂਦੇ ਹਾਂ ਵੀ ਜਿਹੜੀ ਚੀਜ਼ ਸਾਨੂੰ ਬਚ ਸਕਦਾ। ਐਗਜ਼ਾਮਪਲ ਜੇ ਹੁਣ ਆਹੀ ਚੀਜ਼ 918 ਦੀ ਹੈ, ਦੂਜੇ ਪਾਸੇ ਇਹੀ ਚੀਜ਼ 1400 ਦੀ ਹੈ ਇੱਕ ਜਾਣੇ ਦੀ, ਹੁਣ ਆਲਮੋਸਟ ਤੁਸੀਂ $450 ਦਾ ਫ਼ਰਕ ਹੋ ਗਿਆ। ਹੁਣ ਦੋ ਜਾਣੇ ਦਾ $900 ਦਾ ਫ਼ਰਕ ਹੋ ਗਿਆ। ਹੁਣ ਜਿਨ੍ਹਾਂ ਕੋਲੇ ਸਾਰੀਆਂ ਆਪਸ਼ਨਸ ਨੇ ਉਹ ਤਾਂ ਕਹਿ ਸਕਦੇ ਨੇ ਕਲਾਇੰਟ ਨੂੰ ਵੀ ਆਹ ਤੁਹਾਡੇ ਵਾਸਤੇ ਇਹਦੇ 'ਚ ਆਹ ਚੀਜ਼ ਹੈ, ਇਹਦੇ 'ਚ ਆਹ ਚੀਜ਼, ਇਹਦੇ 'ਚ ਆਹ ਚੀਜ਼ ਹੈ। ਹੁਣ ਜਿਹਦੇ ਕੋਲ ਆਪਸ਼ਨ ਨਹੀਂ ਹੈਗੇ ਉਹਨੇ ਕਹਿਣਾ ਜੀ ਸਸਤੀ ਆ ਜੀ, ਪਤਾ ਨਹੀਂ ਕਲੇਮ ਦੇਣਾ ਨਹੀਂ ਦੇਣਾ ਜੀ ਇਹਨਾਂ ਨੇ, ਛੱਡੋ ਪਰੇ ਜੀ ਤੁਸੀਂ ਮਹਿੰਗੀ ਵਾਲੀ ਲਓ। ਹੁਣ ਜੋ ਸੇਲਜ਼ਮੈਨ ਦਾ ਕੰਮ ਹੁੰਦਾ ਉਹਨੇ ਚੱਕਰੀ ਘੁਮਾਤੀ, ਤੁਹਾਨੂੰ ਕਨਫਿਊਜ਼ ਕਰਤਾ। ਹੁਣ ਜਦੋਂ ਕਲਾਇੰਟ ਕਨਫਿਊਜ਼ ਹੋ ਗਿਆ ਉਹਨੂੰ ਐਂ ਕਰਨਾ ਵੀ ਸ਼ਾਇਦ ਯਾਰ ਇਹ ਕਿਤੇ ਸਸਤੀ ਹੈ ਤੇ ਹੋਊਗਾ ਨਹੀਂ, ਪਰ ਇੱਥੇ ਨਹੀਂ, ਕਿਉਂਕਿ ਜਿਹੜੀਆਂ ਪੋਲਿਸੀ ਨੇ ਇੱਕ ਕੌਂਟਰੈਕਟ ਬਣਦਾ, ਕਿਉਂਕਿ ਕੌਂਟਰੈਕਟ ਬਣਦਾ ਅਸੀਂ ਦੱਸਿਆ ਉਹਨਾਂ ਨੂੰ ਵੀ ਸਾਡੀ ਏਜ ਇੰਨੀ ਹੈ ਤੇ ਸਾਡੀ ਸਿਹਤ ਬਿਲਕੁਲ ਠੀਕ ਹੈ ਤੇ ਸਾਨੂੰ ਮਹਿੰਗੀ ਵਾਲੀ ਲੈਣ ਦਾ ਕੋਈ ਫਾਇਦਾ। ਜਿਹੜੀ ਮਹਿੰਗੇ ਵਾਲੀ ਉਹ ਪੁਰਾਣੀਆਂ ਤਕਲੀਫਾਂ ਕਵਰ ਕਰਦੀ ਆ। ਹੁਣ ਸਾਨੂੰ ਉਹੀ ਚੀਜ਼ ਜਿਹੜੀ 918 'ਚ ਮਿਲਦੀ ਹੈ ਅਸੀਂ 2000 ਦੀ ਕਿਉਂ ਲਈਏ, 1600 ਦੀ ਕਾਹ ਤੋਂ ਲਈਏ? ਇਸ ਕਰਕੇ ਬਿਲਕੁਲ ਇਹ ਚੀਜ਼ਾਂ ਤੋਂ ਖਬਰਦਾਰ ਰਹੋ। ਤਾਂ ਹੀ ਆਪਾਂ ਬਿਲਕੁਲ thinkinsure.ca ਤੇ ਜਾ ਕੇ ਤੁਸੀਂ ਸੁਪਰਵਾਈਜ਼ਰ ਦੇ ਕੋਡ ਕੱਢੋ, ਉੱਥੇ ਸਾਰੀਆਂ ਚੀਜ਼ਾਂ ਕੰਪੇਅਰ ਵੀ ਕਰ ਸਕਦੇ ਤੁਸੀਂ ਆਪ ਹੀ। ਹੁਣ ਤੁਹਾਨੂੰ ਪਤਾ ਵੀ ਆਹ ਚੀਜ਼ 900 ਦੀ ਹੈ ਤੇ ਇਹਦੇ 'ਚ ਕੀ ਚੀਜ਼ਾਂ ਕਵਰ ਹੈ, 2000 ਵਾਲੀ ਵਿੱਚ ਕੀ ਚੀਜ਼ਾਂ ਕਵਰ ਹੈ। ਕਿਸੇ ਦੀਆਂ ਸਟੋਰੀਆਂ ਸੁਣਨ ਦੀ ਲੋੜ ਨਹੀਂ, ਤੁਹਾਨੂੰ ਇਹ ਪਤਾ ਵੀ ਜੇ ਆਹ ਚੀਜ਼ ਸਾਡੇ ਕੋਲ ਕਵਰ ਹੈ ਫਿਰ ਬਿਲਕੁਲ ਕੌਂਟਰੈਕਟ ਬਣ ਗਿਆ। ਇਹ ਨਹੀਂ ਹੈਗਾ ਵੀ ਕੱਲ੍ਹ ਨੂੰ ਜੇ ਕਲੇਮ ਆਉਣਾ ਸਾਨੂੰ ਹੀ ਫੋਨ ਆਉਣਾ, ਅਸੀਂ ਇੱਦਾਂ ਦੀ ਚੀਜ਼ ਕਿਉਂ ਲੈ ਕੇ ਆਵਾਂਗੇ ਵੀ ਜਿਹੜੀ ਚੀਜ਼ਾਂ ਕੰਪਨੀ ਕਵਰ ਨਹੀਂ ਕਰਨਗੀਆਂ, ਕਿਉਂਕਿ ਸਸਤੀ ਇੱਦਾਂ ਦਾ ਬਿਲਕੁਲ ਨਹੀਂ ਹੈਗਾ। ਸਸਤੀ ਹੈ ਤਾਂ ਇਹਦਾ ਮਤਲਬ ਕਿਉਂਕਿ ਕਿਸੇ ਨੂੰ ਮਾਂ ਸਵਾਦੀ ਕਿਸੇ ਨੂੰ ਬਾਦੀ, ਗੱਲ ਤਾਂ ਵੀ ਜਿਹੜੀ ਚੀਜ਼ ਸਾਨੂੰ ਚਾਹੀਦੀ ਹੋਈ ਚੀਜ਼ ਲਈ ਹੈ। ਹੁਣ ਇੱਕ ਫੋਨ ਵਾਲੇ ਬੰਦੇ ਨੂੰ ਡਾਟਾ ਚਾਹੀਦਾ, ਉਹਨੂੰ ਬਗੈਰ ਡਾਟੇ ਤੋਂ ਦੇ ਦਈਏ ਤਾਂ ਬਿੱਲ ਤਾਂ ਵੱਧ ਆਉਣਾ ਹੀ ਆਉਣਾ, ਕਿਉਂਕਿ ਉਹਨੇ ਡਾਟਾ ਯੂਜ਼ ਕਰਨਾ। ਹੁਣ ਦੂਜੇ ਨੂੰ ਆ ਵੀ ਡਾਟਾ ਚਾਹੀਦਾ ਨਹੀਂ, ਆਪਾਂ ਨੂੰ ਡਾਟਾ ਵਾਲਾ ਦੇ ਦਈਏ ਉਹਦਾ ਬਿੱਲ ਬਹੁਤ ਆਉਂਦਾ। ਗੱਲ ਤਾਂ ਵੀ ਜਿਹੜੀ ਚੀਜ਼ ਢੁੱਕਵੀਂ ਉਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਵੀ ਜ਼ਰੂਰਤਾਂ ਦੇ ਹਿਸਾਬ ਨਾਲ ਪੁੱਛ ਕੇ ਚੀਜ਼ ਅਸੀਂ ਉਹੀ ਉਹਨਾਂ ਨੂੰ ਦੱਸੀਏ ਵੀ ਆਹ ਚੀਜ਼ ਢੁੱਕਵੀਂ ਹੈ ਤੇ ਆਪਣੀ ਸੇਵਿੰਗ ਹੋ ਸਕਦੀ ਹੈ। ਬਹੁਤੇ ਲੋਕ ਵਰਕ ਪਰਮਿਟ ਤੇ ਆਉਂਦੇ ਆ ਇੱਥੇ, ਕਈ ਲੋਕ PR ਆਉਂਦੇ ਆ, ਉਹਨਾਂ ਨੂੰ ਵੀ ਇੰਸ਼ੋਰੈਂਸ ਚਾਹੀਦੀ ਹੁੰਦੀ ਕਿ MSP ਕਵਰ ਕਰਦਾ ਉਹਨਾਂ ਨੂੰ? ਤਾਂ ਹਾਂਜੀ ਬਿਲਕੁਲ। ਜੇ ਕੋਈ PR ਹੈ, ਆਪਣਾ ਕਈ ਵਾਰੀ ਬਹੁਤ ਭੁਲੇਖਾ ਹੁੰਦਾ ਆਪਾਂ ਨੂੰ ਵੀ ਅਸੀਂ PR ਜਾ ਰਹੇ ਹਾਂ ਤੇ ਸਾਡੀ ਸਾਰਾ ਕੁਝ ਜਾਂਦੇ ਸਾਡੀ ਕਵਰੇਜ ਸ਼ੁਰੂ ਹੈ। ਬਿਲਕੁਲ ਨਹੀਂ, 90 ਡੇਜ਼ ਤੱਕ ਸਾਡੀ MSP ਕਵਰੇਜ ਨਹੀਂ ਹੁੰਦੀ। ਬਹੁਤ ਭੁਲੇਖਾਂ ਦਾ ਕਲੇਮ ਆਉਂਦੇ ਨੇ, ਜਦੋਂ ਤੋਂ ਪਤਾ ਲੱਗਦਾ ਜਾ ਕੇ ਤੁਹਾਡੀ ਤਾਂ MSP ਕਵਰੇਜ ਨਹੀਂ ਸ਼ੁਰੂ ਹੋਈ ਜੀ ਹਾਲੇ। 90 ਡੇਜ਼ ਦਾ ਜਿਹੜਾ ਗੈਪ ਹੈਗਾ ਤਾਂ ਆਪਾਂ ਨੂੰ ਖਿਆਲ ਰੱਖਣ ਦੀ ਲੋੜ ਹੈ। ਜਿੰਨੇ ਵੀ ਆਪਾਂ ਨੂੰ ਦੇਖ ਰਹੇ ਨੇ ਆਪਦੇ ਪਰਿਵਾਰਾਂ ਨੂੰ, ਫਰੈਂਡਾਂ ਨੂੰ, ਕਿਉਂਕਿ ਜਦੋਂ ਕਲੇਮ ਆ ਜਾਂਦਾ ਉਹ ਸਾਡੇ 'ਤੇ ਹਰਜਾਨਾ ਪੈ ਸਕਦਾ, ਸਾਨੂੰ ਉਹ ਪੈਸੇ ਅਦਾ ਕਰਨੇ ਹੀ ਪੈਣੇ ਨੇ। ਇਸ ਕਰਕੇ 90 ਦਿਨਾਂ ਵਾਸਤੇ ਸਾਡੀ MSP ਕਿੱਕ ਨਹੀਂ ਕਰਦੀ। ਸੋ ਜਿੰਨੇ ਵੀ ਵਿਜ਼ਟਰ ਆਏ ਹੋਏ ਨੇ ਜਾਂ MSP ਜਦੋਂ ਤੱਕ ਮੈਂ ਸਟੂਡੈਂਟ ਵੀ ਵਰਕ ਪਰਮਿਟ ਨਹੀਂ, ਜਦ ਤੱਕ ਕਵਰੇਜ MSP ਕਾਰਡ ਨਹੀਂ ਆਉਂਦਾ ਤਾਂ ਸਾਡੀ ਕਵਰੇਜ ਜਿਹੜੀ ਆਪਦੀ ਆਪਾਂ ਨੂੰ ਕਵਰੇਜ ਲੈਣੀ ਚਾਹੀਦੀ ਹੈ ਜੀ। ਤੇ ਸਭ ਜਿਹੜੇ ਸੁਪਰਵਾਈਜ਼ਰ ਇੰਸ਼ੋਰੈਂਸ ਤੇ ਲੋਕ ਹੁੰਦੇ ਆ, ਕਈ ਵਾਰੀ ਉਹਨਾਂ ਨੂੰ ਕੋਈ ਪ੍ਰੋਬਲਮ ਆ ਜਾਂਦੀ। ਆਮ ਤੌਰ 'ਤੇ ਹੁੰਦਾ ਬਜ਼ੁਰਗ ਆਏ ਇੱਥੇ ਬਿਮਾਰ ਹੋ ਗਏ, ਮੰਨ ਲਓ ਦਿਲ ਦੀ ਕੋਈ ਬਿਮਾਰੀ ਹੋ ਗਈ, ਹਸਪੀਟਲ ਜਾਣਾ ਪੈ ਗਿਆ। ਕੁਛ ਇੰਸ਼ੋਰੈਂਸ ਕੰਪਨੀ ਨੂੰ ਉਹਨਾਂ ਨੂੰ ਮਿਲੇ, ਉਹ ਕਹਿੰਦੇ ਜਦੋਂ ਤੁਸੀਂ ਇੱਕ ਵਾਰੀ ਤੁਹਾਨੂੰ ਮੰਨ ਲਓ ਹਾਰਟ ਅਟੈਕ ਹੋ ਗਿਆ, ਤੁਹਾਡਾ ਇਲਾਜ ਹੋ ਗਿਆ, ਤੇ ਹੁਣ ਜੇ ਦੁਬਾਰਾ ਤੁਹਾਨੂੰ ਕਦੇ ਵੀ ਦਿਲ ਦੀ ਬਿਮਾਰੀ ਹੋ ਗਈ ਤਾਂ ਇੰਸ਼ੋਰੈਂਸ ਕੰਪਨੀ ਕਹਿੰਦੀ ਅਸੀਂ ਕਵਰ ਨਹੀਂ ਕਰਨਾ। ਇੱਦਾਂ ਹੋ ਸਕਦਾ? ਹਾਂਜੀ, ਬਹੁਤ ਵਧੀਆ ਕੁਐਸਚਨ ਆ ਤੁਹਾਡਾ। ਇਹਦੇ 'ਚ ਇੱਕ ਕੁਐਸਚਨ 2-3 ਕੁਐਸਚਨ ਬਣ ਸਕਦੇ ਨੇ। ਜੇ ਆਪਾਂ ਪਹਿਲਾ ਸਿਨੈਰੀਓ ਲੈ ਕੇ ਚੱਲਦੇ ਹਾਂ, ਕਿਸੇ ਨੇ ਪਾਲਿਸੀ ਕਰਾਈ ਸੀਗੀ, ਡਾਕਟਰ ਦੇ ਗਏ, ਉਹਨਾਂ ਨੂੰ ਦਿਲ ਦੀ ਤਕਲੀਫ ਹੋ ਗਈ, ਡਾਕਟਰ ਨੇ ਕਿਹਾ ਵੀ ਚੈੱਕ ਕਰਤਾ ਵੀ ਠੀਕ ਹੈ, ਕੋਈ ਗੱਲ ਨਹੀਂ, ਤੁਸੀਂ ਜਾਓ, ਬਿਲਕੁਲ ਵਧੀਆ, ਠੀਕ ਹੈ, ਕੋਈ ਇਸ਼ੂ ਨਹੀਂ ਹੈਗਾ, ਤੁਸੀਂ ਹੁਣ ਉਹੀ ਚੀਜ਼ ਦੁਬਾਰਾ ਫਿਰ ਐਗਰਾਵੇਟ ਹੋ ਗਈ, ਠੀਕ ਹੈ। ਉਹ ਹੁਣ ਫੋਲੋਅਪ ਵਿਜ਼ਿਟ ਹੋ ਗਈ, ਠੀਕ ਹੈ। ਇੱਕ ਵਾਰੀ ਜੇ ਪਹਿਲਾ ਕਲੇਮ ਸੀਗਾ ਉਹ ਬੰਦ ਹੋ ਗਿਆ, ਠੀਕ ਹੈ। ਹੁਣ ਉਸ ਤੋਂ ਬਾਅਦ ਜੇ ਫੋਲੋਅਪ ਹੈਗੀ ਆ, ਹਾਲੇ ਫਾਈਲ ਚੱਲ ਰਹੀ ਹੈ, ਉਹ ਤੁਹਾਡੀ ਕਵਰੇਜ ਹੋ ਜੂਗੀ। ਹੁਣ ਜੇ ਫਾਈਲ ਬੰਦ ਹੋ ਗਈ, ਇੱਕ ਵਾਰੀ ਗਏ ਤੁਸੀਂ, ਆਪਾਂ ਕਲੇਮ ਕਰਤਾ ਜੀ, ਅਸੀਂ ਗਏ ਸੀਗਾ, ਸਾਡੀਆਂ ਦਵਾਈਆਂ, ਡਾਕਟਰ ਨੇ ਕਹਿਤਾ ਕੁਛ ਨਹੀਂ ਹੈਗਾ, ਸਾਨੂੰ ਪੈਸੇ ਆ ਗਏ, ਕਲੇਮ ਬੰਦ ਹੋ ਗਿਆ।
ਹੁਣ ਦੁਬਾਰਾ ਸੇਮ ਚੀਜ਼ ਹੋ ਗਈ। ਕਈ ਕੰਪਨੀਆਂ 'ਚ ਤੁਹਾਨੂੰ ਸੇਮ ਇਵੈਂਟ ਜਿਹੜਾ ਦੁਬਾਰਾ ਹੋਇਆ ਕਵਰ ਨਹੀਂ ਕਰਦੇ। ਹੁਣ ਕਈ ਕੰਪਨੀਆਂ ਦੇ ਵਿੱਚ ਫੋਲੋਅਪ ਵਿਜ਼ਿਟ ਹੈਗੀ ਹੈ, ਉਹ ਕਹਿੰਦੇ ਵੀ ਕੋਈ ਗੱਲ ਨਹੀਂ, ਫੋਲੋਅਪ ਵਿਜ਼ਿਟ 'ਤੇ ਵੀ ਕੈਪ ਲਾਇਆ ਹੋਇਆ। ਕਈ ਵਾਰੀ ਕੰਪਨੀਆਂ ਕਹਿੰਦੀਆਂ ਅਸੀਂ 3000 ਤਾਂ ਹੀ ਕਵਰ ਕਰਾਂਗੇ, ਕਈ ਵਾਰੀ ਕਹਿੰਦੇ 2 ਵਿਜ਼ਿਟ ਹੀ ਕਵਰ ਕਰਾਂਗੇ। ਐਗਜ਼ਾਮਪਲ ਜੇ ਕਿਸੇ ਦੀ ਹੁਣ ਹਾਰਟ ਹੋ ਗਿਆ, ਜੇ ਉਦੋਂ ਬਾਅਦ ਜਾਂ ਉੱਦਾਂ ਪੇਨ ਹੀ ਹੋਈ, ਉਹ ਕਹਿੰਦੇ ਸਪੈਸ਼ਲਿਸਟ ਨੂੰ ਵਿਜ਼ਿਟ ਕਰ ਲਓ। ਇੱਕ ਕਲੇਮ ਹੋ ਗਿਆ, ਓਪਨ ਹੋ ਗਿਆ, ਉਦੋਂ ਬਾਅਦ ਫੋਲੋਅਪ ਵਿਜ਼ਿਟ ਹੈ ਸਪੈਸ਼ਲਿਸਟ 'ਤੇ। ਹੁਣ ਕਈ ਕੰਪਨੀਆਂ ਨੇ ਫੋਲੋਅਪ ਵਿਜ਼ਿਟ ਨਹੀਂ ਕਵਰ ਕਰਦੀਆਂ, ਕਈਆਂ ਨੇ ਕੈਪ ਲਾਤਾ, ਉਹਨਾਂ ਨੇ ਕਹਿਣਾ ਵੀ ਅਸੀਂ ਸਿਰਫ 2 ਵਿਜ਼ਿਟ ਹੀ ਹੋਰ ਕਵਰ ਕਰਾਂਗੇ, ਜਾਂ ਅਸੀਂ ਸਿਰਫ 3000 ਤੱਕ ਕੈਪ ਲਾਤਾ, ਭਾਵੇਂ ਪਾਲਿਸੀ ਸਾਡੀ $1,00,000 ਦੀ ਹੈਗੀ, ਯੂਜ਼ ਸਿਰਫ 10,000 ਹੀ ਕੀਤਾ। ਇਸ ਇੱਦਾਂ ਦੀ ਕੰਪਨੀਆਂ ਹੈਗੀਆਂ ਜਿਹੜੀਆਂ ਬਿਲਕੁਲ ਅਨਲਿਮਿਟਿਡ ਵਿਜ਼ਿਟਸ ਨੇ, ਅਨਲਿਮਿਟਿਡ ਹੀ ਫੋਲੋਅਪ ਨੇ, ਅਨਲਿਮਿਟਿਡ ਹੀ ਦਵਾਈਆਂ ਨੇ। ਸੋ ਆਹ ਚੀਜ਼ਾਂ ਵੀ ਆਪਸ਼ਨ ਅਵੇਲੇਬਲ ਨੇ। ਜਿਹੜਾ ਤੁਹਾਡਾ ਕੁਐਸਚਨ ਹੈ ਬਹੁਤ ਵੈਲਿਡ ਹੈ। ਬਿਲਕੁਲ ਜਿਹੜੀਆਂ ਕਈ ਕੰਪਨੀਆਂ ਦੇ ਕੈਪ ਹੈਗਾ, ਉਹ ਸਾਨੂੰ ਵੀ ਜਦੋਂ ਕੋਈ ਇਸ਼ੂ ਆਉਂਦਾ, ਕਲੇਮ ਆਉਂਦਾ, ਤਾਂ ਸਾਨੂੰ ਜਦੋਂ ਬੰਦ ਵੀ ਕਰਾਉਣਾ, ਉਹ ਜਿਹੜਾ ਕਲੇਮ ਉਹਦੇ 'ਚ ਸੇਮ ਕਲੇਮ ਦੇ ਵਿੱਚ ਹੈਗਾ ਸਾਰਾ ਕੁਝ, ਫਿਰ ਕਵਰ ਹੈ, ਕੋਈ ਇਸ਼ੂ ਨਹੀਂ। ਜਦੋਂ ਕਲੇਮ ਬੰਦ ਹੋ ਗਿਆ, ਫਿਰ ਦੁਬਾਰਾ ਕਲੇਮ ਖੋਲ੍ਹਣਾ ਸੇਮ ਚੀਜ਼ ਵਾਸਤੇ, ਉਦੋਂ ਇਸ਼ੂ ਆਉਂਦੇ ਨੇ। ਹੁਣ ਕਿਸੇ ਨੇ ਪਾਲਿਸੀ ਲੈ ਲਈ, ਉਹ ਪਾਲਿਸੀ ਇਹ ਕਹਿੰਦੀ ਸੀ ਵੀ ਤੁਹਾਨੂੰ ਦਿਲ ਦੀ ਕੋਈ ਪ੍ਰੋਬਲਮ ਆ ਗਈ, ਉਹਨਾਂ ਨੇ ਵਾਲਵ ਪਾਤਾ, ਕੁਝ ਹੋ ਗਿਆ, ਤੁਸੀਂ ਆ ਗਏ, ਗੱਲ ਖਤਮ ਹੋ ਗਈ। ਉਹਦੇ ਤੋਂ ਬਾਅਦ ਉਹ ਕਹਿੰਦੇ ਅਸੀਂ ਤੁਹਾਨੂੰ ਕਵਰ ਨਹੀਂ ਕਰਦੇ। ਦੁਬਾਰਾ ਬੰਦੇ ਨੇ ਇੰਸ਼ੋਰੈਂਸ ਲੈਣਾ, ਹੁਣ ਕੀ ਉਹ ਨਵੀਂ ਕੰਪਨੀ ਤੋਂ ਦੁਬਾਰਾ ਲੈ ਕੇ ਫੇਰ ਕਰ ਸਕਦਾ ਕਿ ਮੈਂ ਦੁਬਾਰਾ ਫੇਰ ਇੰਸ਼ੋਰੈਂਸ ਲੈ ਲਾਂ, ਜਾਂ ਉਹ ਬੰਦੇ ਦਾ ਫਿਰ ਇੱਥੋਂ ਮੁੱਕ ਹੀ ਗਿਆ ਸਾਰਾ ਕੁਝ, ਵੀ ਇੱਕ ਵਾਰੀ ਤੁਹਾਨੂੰ ਹੋ ਗਿਆ, ਹੁਣ ਤੁਸੀਂ ਜਾਂ ਤਾਂ ਇੰਡੀਆ ਚਲੇ ਜਾਓ, ਨਹੀਂ ਤਾਂ ਇੱਥੇ ਕੋਲੋਂ ਦਿਓ, ਇੰਸ਼ੋਰੈਂਸ ਨੇ ਤੁਹਾਨੂੰ ਕਵਰ ਨਹੀਂ ਕਰਨਾ। ਹਾਂਜੀ, ਉਦੋਂ ਇਸ਼ੂਜ਼ ਆਉਂਦੇ ਨੇ ਜਦੋਂ ਆਪਣੀ ਐਗਜ਼ਾਮਪਲ ਪਾਲਿਸੀ ਲਈ ਹੋਈ ਸੀ, ਇੱਕ ਇਵੈਂਟ ਹੋ ਗਿਆ, ਉਦੋਂ ਬਾਅਦ ਸਾਡੀ ਪਾਲਿਸੀ ਮੁੱਕ ਗਈ। ਹੁਣ ਸਾਡੇ ਕੋਲ 2 ਆਪਸ਼ਨਸ ਨੇ। ਜਦੋਂ ਕਲੇਮ ਵੱਡਾ ਆ, ਜਦੋਂ ਤੱਕ ਸਟੇਬਲ ਨਹੀਂ ਹੈਗੇ ਅਸੀਂ, ਐਗਜ਼ਾਮਪਲ ਜੇ ਕਿਸੇ ਨੇ ਹੁਣ ਹਾਰਟ ਅਟੈਕ ਹੋਇਆ ਸੀਗਾ, ਇਲਾਜ ਹੋ ਗਿਆ, ਹੁਣ ਸਾਡੀ ਪਾਲਿਸੀ ਖਤਮ ਹੋ ਗਈ, ਕੰਪਨੀਜ਼ ਕਹਿ ਸਕਦੀਆਂ ਅਸੀਂ ਰਿਨਿਊ ਨਹੀਂ ਕਰਾਂਗੇ, ਬਿਕੋਜ਼ ਤੁਹਾਡੇ ਜਿਹੜੀ ਪਹਿਲਾ ਹੈਲਥ ਇਸ਼ੂ ਹੈਗੀ ਉਹਨੂੰ ਅਸੀਂ ਐਕਸਕਲੂਡ ਕਰ ਦਿਆਂਗੇ, ਬਿਕੋਜ਼ ਉਹ ਸਟੇਬਲ ਨਹੀਂ ਹੈਗੀ 90 ਦਿਨਾਂ 120 ਦਿਨਾਂ ਤੋਂ। ਹੁਣ ਜੇ 120 ਦਿਨਾਂ ਤੋਂ ਸਟੇਬਲ ਹੋ ਜਾਂਦੀ ਉਹ ਇਸ਼ੂ, ਫਿਰ ਉਹ ਕਵਰੇਜ ਹੋ ਜੂਗੀ। ਪਾਲਿਸੀ ਭਾਵੇਂ ਅਸੀਂ ਲੈ ਲਈ, ਪਰ ਉਹਨਾਂ ਨੇ ਉਹ ਚੀਜ਼ ਐਕਸਕਲੂਡ ਕਰ ਦੇਣੀ ਆ। ਹੁਣ ਜੇ ਕਿਸੇ ਦੀ ਹੋਰ ਕੰਪਨੀ ਕੋਲੇ ਵੀ ਜਾਂਦੇ ਆ, ਜਦੋਂ ਕਲੇਮ 5000 ਤੋਂ ਵੱਡਾ ਹੈਗਾ, ਸਾਨੂੰ ਦੱਸਣਾ ਪੈਣਾ, ਤੇ ਦੱਸਣਾ ਵੀ ਚਾਹੀਦਾ, ਅਸੀਂ ਲੁਕੋ ਨਹੀਂ ਸਕਦੇ, ਕਿਉਂਕਿ ਇੱਥੇ ਸਾਰਾ ਕੁਝ ਪੇਪਰ ਟ੍ਰੇਲ ਹੈਗਾ। ਜੇ ਹਸਪੀਟਲ ਗਏ ਸੀ, ਡਾਕਟਰ 'ਤੇ ਗਏ ਸੀ, ਸਾਰਾ ਕੁਝ ਪੇਪਰ ਟ੍ਰੇਲ ਦੇ ਵਿੱਚ ਹੈਗਾ। ਪਰ ਹਾਂ, ਬਿਲਕੁਲ ਪਾਲਿਸੀ ਹੋ ਸਕਦੀ ਹੈ, ਉਹ ਚੀਜ਼ਾਂ ਐਕਸਕਲੂਡ ਵੀ ਹੋ ਸਕਦੀਆਂ। ਐਕਸਕਲੂਜਨ ਤੋਂ ਬਾਅਦ ਜੇ 90 ਦਿਨਾਂ ਤੋਂ ਬਾਅਦ ਐਕਟੀਵੇਟ ਵੀ, ਐਗਜ਼ਾਮਪਲ ਜੇ ਹੁਣ ਕਿਸੇ ਨੇ ਰਹਿਣਾ ਹੀ ਹੈ ਹੋਰ ਸਾਲ, ਹੁਣ ਸਾਨੂੰ ਪਤਾ ਅੱਜ ਪਾਲਿਸੀ ਤਾਂ ਸਾਨੂੰ ਲੈਣੀ, ਕਿਸੇ ਹੋਰ ਕੋਈ ਚੀਜ਼ ਹੋ ਜਾਂਦੀ ਉਹ ਕਵਰ ਹੋ ਜੂਗੀ, ਪਰ ਉਹ ਚੀਜ਼ ਇਵੈਂਟ ਜਿਹੜਾ ਪਹਿਲਾਂ ਹੋਇਆ 90 ਦਿਨ ਜਾਂ 120 ਦਿਨ ਉਹਨਾਂ ਨੇ ਕਵਰ ਨਹੀਂ ਕਰਨਾ, ਕਿਉਂਕਿ ਸਾਡੀ ਪਾਲਿਸੀ ਕਹਿੰਦੀ ਹੈ ਵੀ ਉਹ ਚੀਜ਼ਾਂ ਤੁਹਾਡੀਆਂ ਜਿਹੜੀਆਂ ਪ੍ਰੀ ਐਗਜ਼ਿਸਟਿੰਗ ਹੈਲਥ ਇਸ਼ੂ ਤੁਹਾਡੇ ਸਟੇਬਲ ਨਹੀਂ ਸੀਗੇ, ਉਹ ਸਟੇਬਲ ਹੋ ਜਾਣਗੇ, ਫਿਰ ਅਸੀਂ ਕਵਰ ਕਰ ਦਿਆਂਗੇ। ਪਰ ਇਨ ਬਿਟਵੀਨ ਹੋਰ ਕੁਝ ਹੋ ਜਾਂਦਾ, ਕੋਈ ਡਿੱਗ ਪਏ ਜਾਂ ਸੱਟ ਲੱਗ ਗਈ, ਉਹ ਕਵਰੇਜ ਹੋਊਗੀ। ਜੀ ਤੇ ਸਭ ਆਖਰ ਦੇ ਵਿੱਚ ਸਾਨੂੰ ਆਪਣਾ ਕੰਟੈਕਟ ਨੰਬਰ ਤੇ ਸਾਡੇ ਦਰਸ਼ਕਾਂ ਦੀ ਗੱਲਬਾਤ ਜੀ। ਹਾਂਜੀ, ਬਿਲਕੁਲ। ਜਿਹੜਾ ਵਿਸਾਖੀ ਸਪੈਸ਼ਲ ਹੈ ਸੁਪਰ ਵੀਜ਼ੇ ਵਾਸਤੇ, ਇਟਸ ਅ ਬਿਗ ਸੇਵਿੰਗ। ਇਹ ਵੀ ਸਾਡੇ ਵੱਲੋਂ, ਥਿੰਕ ਇੰਟਰਨੈਸ਼ਨਲ ਟੀਮ ਵੱਲੋਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ, ਆਪਣੇ ਮਾਪਿਆਂ ਜਾਂ ਤੁਸੀਂ ਗ੍ਰੈਂਡ ਪੇਰੈਂਟਸ ਨੂੰ ਬੁਲਾਉਣਾ ਹੈ। ਇਦੋਂ ਵਧੀਆ ਸਮਾਂ ਢੁਕਵਾਂ ਨਹੀਂ ਹੋ ਸਕਦਾ, ਕਿਉਂਕਿ ਜਿਹੜੀ ਪ੍ਰਾਈਸਿਸ ਹੈ ਬਹੁਤ ਹੀ ਸਸਤੀ ਹੈ। 60 ਸਾਲ ਤੋਂ ਏਜ ਥੱਲੇ ਤਾਂ $918 ਜ਼ੀਰੋ ਡਿਡਕਟੇਬਲ ਦੇ ਨਾਲ। ਇਹੋ ਜਿਹੀ ਪ੍ਰਾਈਸ ਮੈਂ ਕਦੀ ਨਾ ਹੀ ਦੇਖੀ ਸੀ, ਨਾ ਹੀ ਹੋਣੀ ਹੈ। ਵੀ ਇਹ ਸਿਰਫ April 30 ਤੱਕ ਹੈਗੀ ਹੈ। ਜੇ April 30 ਤੋਂ ਬਾਅਦ ਸਾਨੂੰ ਜੇ ਕੰਟੈਕਟ ਕਰੋਗੇ ਤਾਂ 1029 ਦੀ ਮਿਲੂਗੀ, ਆਹੀ ਸੇਮ ਚੀਜ਼ ਹੀ। ਪਰ ਮੰਥਲੀ ਪੇਮੈਂਟ 'ਚ ਆਪਸ਼ਨ ਅਵੇਲੇਬਲ ਹੈਗੀ ਹੈ $76 ਮੰਥ। ਪਰ ਇਹ ਵੀ ਬਿਲਕੁਲ ਜੇ ਕੋਈ ਏਜ ਵੱਧ ਹੈ ਉਹਨਾਂ ਦੀ ਉਸ ਹਿਸਾਬ ਨਾਲ ਪ੍ਰਾਈਸਿਸ ਹੋਊਗੀ। ਬਾਕੀ ਕੋਈ ਵੀ ਤੁਹਾਡੇ ਕੁਐਸਚਨ ਹੈ, ਹਮੇਸ਼ਾ ਸਾਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਥਿੰਕ ਇੰਸ਼ੋਰੈਂਸ ਨੂੰ, ਜਾਂ ਸਾਡੀ thinkInsurance.ca, ਅਤੇ ਸਾਡਾ ਜਿਹੜਾ ਨੰਬਰ ਹੈਗਾ ਸਕਰੀਨ 'ਤੇ ਆ ਰਿਹਾ 604 828 7213। ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਥੈਂਕ ਯੂ ਸੋ ਮਚ। ਦੋਸਤੋ, ਅਸੀਂ ਪਰਮਿੰਦਰ ਸਿੰਘ ਥਿੰਦ ਹੋਣਾ ਨਾਲ ਗੱਲਬਾਤ ਕੀਤੀ। ਕੋਈ ਵੀ ਤੁਹਾਡਾ ਸਵਾਲ ਹੋਵੇ, ਬਹੁਤ ਘੁੰਡੀਆਂ ਨੇ ਔਰ ਬਹੁਤ ਕੇਸਿਸ ਦੇ ਵਿੱਚ ਇਹ ਕੁਛ ਹੋ ਰਿਹਾ ਕਿ ਇੱਕ ਬਿਮਾਰੀ ਹੋ ਗਈ ਬੰਦੇ ਨੂੰ, ਇੱਥੇ ਜਦੋਂ ਆਏ ਸੁਪਰ ਵੀਜ਼ੇ ਦੇ ਉੱਤੇ ਬਜ਼ੁਰਗਾਂ ਨੂੰ ਹਸਪਤਾਲ ਦੇ ਵਿੱਚ, ਦੁਬਾਰਾ ਇੰਸ਼ੋਰੈਂਸ ਕੰਪਨੀ ਕਹਿੰਦੀ ਤੁਹਾਨੂੰ ਹੋਰ ਕੋਈ ਬਿਮਾਰੀ ਹੋਵੇ ਤਾਂ ਉਹਦਾ ਅਸੀਂ ਕਵਰ ਕਰਦੇ ਹਾਂ, ਪਰ ਇਹਦੇ ਲਈ ਦੁਬਾਰਾ ਜਾਣਾ ਕਵਰ ਨਹੀਂ ਅਸੀਂ ਕਰਨਾ। ਉਸ ਸਥਿਤੀ ਦੇ ਵਿੱਚ ਕੋਈ ਆਪਸ਼ਨ ਨਹੀਂ ਬਚਦੀ ਬੰਦੇ ਕੋਲ, ਕਿਉਂਕਿ ਹਸਪੀਟਲ ਦੇ ਵਿੱਚ ਇੱਕ ਦਿਨ ਦਾ $10,000 ਵੀ ਬਿੱਲ ਬਣ ਜਾਂਦਾ ਜਦੋਂ ਐਮਰਜੈਂਸੀ ਦੇ ਵਿੱਚ ਜਾਂਦੇ ਆ। ਇਹਦੇ ਬਾਰੇ ਪੂਰੀ ਤਰ੍ਹਾਂ ਪਤਾ ਕਰਕੇ ਹੀ ਪਾਲਿਸੀ ਲੈਣੀ ਚਾਹੀਦੀ ਹੈ। ਪਰਮਿੰਦਰ ਸਿੰਘ ਥਿੰਦ ਹੋਣਾ ਨਾਲ ਤੁਸੀਂ ਕਿਸੇ ਵੇਲੇ ਵੀ ਗੱਲਬਾਤ ਕਰ ਸਕਦੇ ਹੋ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।